ਗਿਆਨ ਦੇ ਲੜ ਲੱਗਣਾ। ਕਬੀਰ ਜੀ ਦੇ ਲੜ ਲੱਗਣ ਦਾ ਅਰਥ ਹੈ ਕਬੀਰ ਜੀ ਦੇ ਕਈਆਂ ਹੋਈਆਂ ਵਿਚਾਰਾਂ ਦੇ ਲੜ ਲੱਗਣਾ। ਭਗਤ ਰਵਿਦਾਸ ਜੀ ਦੇ ਲੜ ਲੱਗਣ ਦਾ ਮਤਲਬ ਹੈ ਭਗਤ ਰਵਿਦਾਸ ਜੀ ਦੀ ਸੋਚ ਦੇ ਲੜ ਲੱਗਣਾ। ਉਹ ਗਿਆਨ ਦੇ ਲੜ ਲੱਗੇ ਬਿਨਾਂ ਹੀ ਭਲਾ ਹੋ। ਜਿਹੜੇ ਹੁਣ ਮੰਨ ਲਓ ਗੋਦੀ 'ਚ ਵੀ ਖੇਡੇ ਐ ਪਰ ਗਿਆਨ ਦੇ ਲੜ ਨਹੀਂ ਲੱਗੇ, ਉਹਨਾਂ ਦਾ ਭਲਾ ਹੋ ਗਿਆ? ਨਹੀਂ ਹੋਇਆ। ਗਿਆਨ ਦੇ ਲੜ ਲੱਗਣਾ, ਸੋਚ ਦੇ ਲੜ ਲੱਗਣਾ। ਤੇ ਜਿਹੜਾ ਬੰਦਾ ਲੜ ਲੱਗਣ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਲੜ ਲੱਗੋ ਤੇ ਭਲਾ ਹੋ ਜਾਂਦਾ। ਇਹਨਾਂ ਦੀ ਸੰਗਤ ਕਰੀਏ ਨਜ਼ਾਰਾ ਨਹੀਂ ਆ ਜਾਂਦਾ, ਮਨ ਕਾਇਮ ਹੋ ਜਾਏ, ਹਰ ਵੇਲੇ ਚੜ੍ਹਦੀ ਕਲਾ 'ਚ ਰਹੀਏ, ਆਨੰਦ 'ਚ ਰਹੀਏ। ਜਿਹੜੇ ਹੁਣ ਇਹ 35 ਦੀ ਵਿਚਾਰਧਾਰਾ ਕਿੱਡੀ ਇਨਕਲਾਬੀ ਤੇ ਵੱਖਰੀ ਗੱਲ ਹੈ। ਜਿਵੇਂ ਹੁਣ ਮੰਨ ਲਓ ਬਹੁਤ ਸਾਰੇ ਕਾਮਰੇਡ ਨੇ ਆਲੇ ਦੁਆਲੇ, ਹਰ ਪਿੰਡ 'ਚ ਹੀ ਹੁੰਦੇ ਨੇ, ਆਸੇ ਪਾਸੇ ਬਹੁਤ ਹੈਗੇ ਆ। ਆਪਾਂ ਨੂੰ ਵੀ ਕਈ ਵੀਰ ਮਿਲਦੇ ਆ, ਜਦੋਂ ਵੀ ਗੱਲਬਾਤ ਹੁੰਦੀ ਹੈ ਤੇ ਮੈਂ ਹਮੇਸ਼ਾ ਉਹਨਾਂ ਨਾਲ ਗੱਲ ਕਰਦਿਆਂ ਇਹ ਵਿਚਾਰ ਕਰੀਦੀ ਹੈ ਬਹਿ ਕੇ। ਉਹ ਆਮ ਮੈਨੂੰ ਇਹ ਸਵਾਲ ਕਈ ਵਾਰੀ ਕਰ ਦਿੰਦੇ ਆ ਕਿ ਭਾਈ ਸਾਹਿਬ ਹੈ ਤੇ ਧਰਮ ਹੀ ਹੈ, ਸਿਸਟਮ ਹੈ, ਪਰ ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ। ਮੈਂ ਸ਼ਾਇਦ ਕੱਲ ਵੀ ਗੱਲ ਕੀਤੀ ਸੀ ਵੀ ਪੁਜਾਰੀ ਮੁਕਤ ਹੋਣਾ, ਧਰਮ ਮੁਕਤ ਨਹੀਂ ਹੋਣਾ। ਪੁਰੋਹਿਤ ਮੁਕਤ ਹੋਣਾ ਹੈ, ਧਰਮ ਮੁਕਤ ਨਹੀਂ ਹੋਣਾ। ਕਿਵੇਂ? ਪੁਜਾਰੀ ਜਿਨਨੇ ਅਡੰਬਰ ਬਣਾਇਆ, ਜਿਹੜਾ ਢਾਂਚੇ ਬਣਾਉਂਦਾ, ਜਿਹੜਾ ਲੋਕਾਂ ਤੇ ਬੋਝ ਪਾਉਂਦਾ, ਉਹਦੇ ਤੋਂ ਮੁਕਤ ਹੋਣਾ ਹੈ। ਜਿਹੜਾ ਧਰਮ ਹੈ, ਲਾਅ ਆਫ ਨੇਚਰ, ਨਿਯਮ, ਕੁਦਰਤ ਦਾ ਵਿਧਾਨ, ਜੋ ਗੁਰਬਾਣੀ 'ਚ ਨਾਮ ਨਿਯਮ ਕਿਹਾ ਜਿਹਨੂੰ, ਉਹਨੂੰ ਸਮਝਣਾ, ਲਾਅ ਨੂੰ ਸਮਝਣਾ। ਉਹਦੇ ਤੋਂ ਤੇ ਅਸੀਂ ਬਾਗੀ ਹੋ ਨਹੀਂ ਸਕਦੇ। ਜੇ ਕੁਦਰਤ ਦੇ ਨਿਯਮ ਤੋਂ ਮੁਕਤ ਹੋਵਾਂਗੇ, ਧਰਮ ਤੋਂ, ਕੁਦਰਤ ਦਾ ਜਿਹੜਾ ਸੱਚਾ ਧਰਮ ਹੈ, ਨਿਯਮ ਹੈ, ਉਹਦੇ ਤੋਂ ਮੁਕਤ ਕਿਵੇਂ ਹੋਵਾਂਗੇ? ਜੇ ਪੈਦਲ ਤੁਰਨਾ ਹੈ ਤਾਂ ਵੀ ਉਹਦੇ ਨਿਯਮ ਨੂੰ ਫੋਲੋ ਕਰਨਾ ਪੈਣਾ, ਉਹਦਾ ਵੀ ਇੱਕ ਧਰਮ ਹੈ। ਹਰ ਚੀਜ਼ ਦਾ ਪ੍ਰਸ਼ਾਦਾ ਛਕਣਾ ਹੈ, ਮੂੰਹ 'ਚ ਹੀ ਪੈਣਾ। ਧਰਮ ਕੀ ਹੈ? ਰੋਟੀ ਖਾਣ ਦਾ ਸਿਸਟਮ ਹੈ, ਬਾਡੀ ਦਾ, ਮੂੰਹ 'ਚ ਹੀ ਪੈਣਾ। ਧਰਮ ਹੈ, ਉਹਨੂੰ ਮੰਨਣਾ ਹੀ ਪੈਣਾ। ਮਤਲਬ ਕੁਦਰਤ ਦੇ ਨਿਯਮ ਤੋਂ ਕੋਈ ਵੀ ਉਲਟ ਚੱਲ ਨਹੀਂ ਸਕਦਾ। ਧਰਮ ਮੁਕਤ ਹੋਇਆ ਹੀ ਨਹੀਂ ਜਾ ਸਕਦਾ। ਜਿਹੜਾ ਉਹ ਧਰਮ ਜਿਹੜਾ ਗੁਰਬਾਣੀ ਨੇ ਧਰਮ ਮੰਨਿਆ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕੁਦਰਤ ਦੇ ਹਰੀ ਦੇ ਨਿਯਮਾਂ ਨੂੰ ਸਮਝ, ਨਾਮ ਨਿਯਮ ਜਪ ਕਹੀਏ ਜਾਣ, ਇਹਨੂੰ ਸਮਝ, ਨਿਰਮਲ ਕਰਮ, ਕੰਮ ਸਹੀ ਕਰ। ਜਪ ਜਾਣ ਨਿਯਮ, ਨਾਮ ਕਹੀਏ ਨਿਯਮ, ਹਰੀ ਕਹੀਏ ਕੁਦਰਤ, ਵਿੱਚ ਹੀ ਫੈਲਿਆ ਹੋਇਆ ਮੰਨਦੇ ਆ। ਹੁਣ ਜੇ ਇਸ ਨੁਕਤੇ ਨੂੰ ਸਮਝੀਏ ਤੇ ਪੁਜਾਰੀ ਮੁਕਤ ਹੋਣ ਦੀ ਗੱਲ ਤੇ ਦਿਮਾਗ 'ਚ ਆਏਗੀ। ਜਿੰਨਾ ਧਾਰਮਿਕ ਢਾਂਚਾ, ਚਾਹੇ ਉਹ ਹਿੰਦੂਆਂ ਦਾ, ਚਾਹੇ ਮੁਸਲਮਾਨਾਂ ਦਾ, ਚਾਹੇ ਸਿੱਖਾਂ ਦਾ, ਧਾਰਮਿਕ ਢਾਂਚੇ ਤੋਂ ਮੁਕਤੀ, ਪਰ ਧਰਮ ਤੋਂ ਮੁਕਤੀ ਨਹੀਂ। ਧਰਮ ਤੋਂ ਮੁਕਤੀ ਨਹੀਂ। ਢਾਂਚਾ ਜਿਹੜਾ ਫੇਕ ਢਾਂਚਾ, ਪੁਜਾਰੀ ਢਾਂਚਾ ਆ, ਉਹਦੇ ਤੋਂ ਮੁਕਤੀ ਕਰਨੀ ਪੈਣੀ ਹੈ। ਵੀ ਕਮਿਊਨਿਸਟ ਬੰਦੇ ਮਿਲਣ ਆਉਂਦੇ ਆ। ਮੈਂ ਹਮੇਸ਼ਾ ਗੱਲ ਕਰਦਾ ਵੀ ਪੁਜਾਰੀ ਮੁਕਤ ਹੋਣਾ ਹੈ, ਧਰਮ ਤੋਂ ਮੁਕਤ ਹੋਇਆ ਹੀ ਨਹੀਂ ਜਾ ਸਕਦਾ। ਉਹ ਧਰਮ ਜਿਹੜਾ ਇੱਕ ਹੈ, ਜਿਹੜਾ ਕੁਦਰਤ ਦਾ ਨਿਯਮ ਹੈ। ਬਾਕੀ ਸਾਰੇ ਪੁਜਾਰੀਆਂ ਦੇ ਬਣਾਏ ਆ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਇਹ ਪੁਜਾਰੀਆਂ ਦੇ ਬਣਾਏ ਆ। ਪਰ ਕੁਦਰਤ ਦਾ ਵਿਧਾਨ ਇੱਕ ਹੈ, ਉਹ ਸਾਰਿਆਂ ਲਈ ਸਾਂਝਾ। ਉਹਦੇ ਲਈ ਕੋਈ ਸਿੱਖ ਨਹੀਂ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਈਸਾਈ ਨਹੀਂ, ਉਹ ਕੁਦਰਤ ਦਾ ਵਿਧਾਨ ਹੈ। ਇਹੀ ਗੱਲ ਹੋ ਗਈ। ਅਗਲਾ ਪੁਆਇੰਟ ਸੁਣੋ। ਉਹਨਾਂ ਨਾਲ ਜਦੋਂ ਆਪਾਂ ਗੱਲ ਕਰਦੇ ਆ, ਕਹਿੰਦੇ ਭਾਈ ਸਾਹਿਬ ਹੈ ਤੇ ਇਹ ਵੀ ਧਰਮ ਹੈ, ਤੁਸੀਂ ਜਿਹੜੀਆਂ ਗੱਲਾਂ ਕਰਦੇ ਆ। ਮੈਂ ਇਹਨਾਂ ਨੂੰ ਪੁੱਛਦਾ ਸੀ, ਉਦੋਂ ਆਪਾਂ ਮਿਲੇ ਸੀ, ਜਿੱਦਣ ਉਧਰ ਵੀ ਪੁੱਛਦੇ ਸੀ, ਨੋਰਮਲ ਅਸੀਂ ਗੱਲ ਕਰਦੇ ਰਹਿੰਦੇ ਆ ਵੀ ਵੇਖੋ ਅੱਜ ਆਪਾਂ ਮਾਰਕਸ ਦਾ ਨਾਂ ਲਈ ਜਾਈਏ, ਠੀਕ ਹੈ, ਤੇ ਸਾਰੇ ਲੋਕਾਂ 'ਚ ਦਿਮਾਗ 'ਚ ਕੀ ਆ ਜਾਣਾ ਵੀ ਢੱਡਰੀਆਂ ਲੱਗੀ ਬਣ ਗਿਆ ਕਾਮਰੇਡ। ਇਹ ਕਹਿਣਗੇ ਇਹ ਤੇ ਕਾਮਰੇਡ ਹੈ ਤੇ ਖਤਰਾ ਰਹੂ ਕੋਈ। ਕਾਮਰੇਡਾਂ ਨੂੰ ਕਾਹਦਾ ਖਤਰਾ ਪੰਜਾਬ 'ਚ? ਅਗਲਾ ਕਹਿੰਦਾ ਕਾਮਰੇਡ ਹੈ ਤੇ ਸਿੱਖ ਉਹਨਾਂ ਨੂੰ ਮਾਰਨ ਪੈਂਦੇ ਆ। ਮਾਰਕਸ ਦੀ ਛਤਰ ਛਾਇਆ ਥੱਲੇ ਜਾ ਕੇ ਸਿੱਧਾ ਨਾਂ ਲੈ ਦਿਓ ਤੇ ਖਤਰਾ ਘਟ ਗਿਆ ਕਿ ਵੱਧ ਗਿਆ? ਘਟ ਗਿਆ। ਪਰ ਗੁਰੂ ਨਾਨਕ ਦੀ ਵਿਚਾਰਧਾਰਾ ਵਾਸਤੇ ਠੋਕ ਕੇ ਕਹੋ ਵੀ ਅਸੀਂ ਬਾਬੇ ਦੇ ਆ, ਗੁਰੂ ਨਾਨਕ ਸਾਹਿਬ ਦੇ ਆ, ਕਬੀਰ ਜੀ ਦੇ ਆ, ਰਵਿਦਾਸ ਜੀ ਮਹਾਰਾਜ ਦੇ ਆ। ਇਹ ਇਨਕਲਾਬੀ ਸੀ, ਇਹ ਤਰਕ ਦੀ ਗੱਲ ਕਰਦੇ ਸੀ, ਇਹ ਵਿਵੇਕ ਦੀ ਗੱਲ ਕਰਦੇ ਸੀ।
ਇਹ ਲੋਕਾਂ 'ਚ ਬੜਕ ਭਰਦੇ ਸੀ, ਪੈਰਾਂ ਤੇ ਖੜੇ ਕਰਨ ਦੀ ਗੱਲ ਕਰਦੇ ਸੀ, ਚੰਗੇ ਸਮਾਜ ਨੂੰ ਸਿਰਜਣ ਦੀ ਗੱਲ ਕਰਦੇ ਸੀ, ਚੰਗੇ ਮਨੁੱਖ ਸੀ, ਮਹਾਨ ਸੋਚ ਦੇ ਮਾਲਕ ਸੀ। ਉਸ ਮਹਾਨ ਸੋਚ ਵਾਸਤੇ ਤਵੀ ਤੇ ਵੀ ਬੈਠੇ, ਨੀਹਾਂ 'ਚ ਵੀ ਬੱਚੇ ਖੜਾ ਲਏ, ਦੇਗਾਂ 'ਚ ਵੀ ਕੱਢ ਗਏ, ਸਾਰੀ ਜ਼ਿੰਦਗੀ ਮਿਹਨਤ ਕੀਤੀ। ਇਹ 35 ਸੀ ਤੇ ਅਸੀਂ ਇਹਨਾਂ 35 ਨੂੰ ਸਮਰਪਿਤ ਹੋ ਕੇ ਕੰਮ ਕਰਦੇ ਆ ਤੇ ਖਤਰਾ ਫੇਰ ਪੈਣਾ। ਪਰ ਮੈਂ ਇੱਕ ਗੱਲ ਮੰਨਦਾ, ਮਾਰਕਸ ਦੇ ਕੋਲ ਵਲੰਟੀਅਰਾਂ ਦੀ ਕਮੀ ਹੈ, ਸੇਵਕਾਂ ਦੀ। ਸਿਆਣੇ ਬੰਦੇ ਉਹਦੇ ਮਗਰ ਬਹੁਤ ਲੱਗੇ ਹੋਏ ਆ, ਦੁਨੀਆ ਹੀ ਲੱਗੀ ਹੋਈ ਹੈ। ਪਰ ਦੱਸੋ ਬਾਬੇ ਕਬੀਰ, ਭਗਤ ਰਵਿਦਾਸ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਲੰਟੀਅਰ ਅੱਜ ਕਿਹੜੇ ਆ? ਸਿਆਣੇ ਪੜ੍ਹੇ ਲਿਖੇ ਬੰਦੇ ਤੇ ਪਰੇ ਹੀ ਹਟ ਗਏ, ਸਾਰੇ ਉਹ ਤੇ ਛੱਡ ਗਏ। ਖਤਰਾ ਕੌਣ ਮੁੱਲ ਲਵੇ? ਕਿਉਂਕਿ ਮਾਰਕਸ ਦੀ ਵਿਚਾਰਧਾਰਾ ਧਰਮ ਮੁਕਤ ਹੈ, ਪੁਜਾਰੀ ਮੁਕਤ ਹੈ। ਮਾਰਕਸ ਦੀ ਵਿਚਾਰਧਾਰਾ ਦੇ ਉੱਤੇ ਪੁਜਾਰੀ ਦਾ ਕਬਜ਼ਾ ਨਹੀਂ ਹੋਇਆ, ਪਰ ਗੁਰੂ ਨਾਨਕ ਸਾਹਿਬ, ਕਬੀਰ, ਰਵਿਦਾਸ, ਇਹਨਾਂ ਸਾਰਿਆਂ ਦੇ 35 ਦੀ ਵਿਚਾਰਧਾਰਾ ਦੱਬ ਕਿੰਨੇ ਲਈ ਹੈ? ਪੁਜਾਰੀ ਨੇ। ਤੇ ਮਾਰਨ ਕੌਣ ਪੈਂਦਾ? ਪੁਜਾਰੀ। ਜਿਹਨੇ ਖਾਣਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ, ਉਹ ਮਾਰਨ ਪੈਂਦਾ। ਮਾਰਕਸ ਦੇ ਵਿੱਚ ਖਤਰਾ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅੱਗੇ ਲਿਜਾਣ ਵਾਸਤੇ ਖਤਰਾ ਹੈ, ਪੰਗਾ ਪੈਣਾ, ਮਾਰਨ ਪੈਣਗੇ, ਚੱਕ ਕੇ ਸਲੋਤਰ ਪੈ ਜਾਣਗੇ, ਡਾਂਗਾ ਲੈ ਕੇ ਪੈਣਗੇ ਮਗਰ। ਤੇ ਮਾਰਕਸ ਦਾ ਨਾਂ ਲੈ ਦਿਓ, ਜਿੰਦ ਸੌਖੀ ਛੁੱਟ ਜਾਂਦੀ ਹੈ। ਪਰ ਹੁਣ ਮੇਰੀ ਗੱਲ ਦਾ ਜਵਾਬ ਦਿਓ, ਪੰਜਾਬ ਦੀ ਧਰਤੀ ਹੋਵੇ, ਇੱਥੇ ਗੱਲ ਕਬੀਰ ਤੇ ਰਵਿਦਾਸ ਮਹਾਰਾਜ ਤੇ ਨਾਨਕ ਸਾਹਿਬ ਜੀ ਦੇ ਨਾਂ ਨਾਲ ਸੁਣਨਗੇ ਕਿ ਮਾਰਕਸ ਦੇ ਨਾਂ ਨਾਲ ਸੁਣਨਗੇ? ਗੁਰੂ ਨਾਨਕ ਦੇ ਨਾਮ ਨਾਲ, ਕਬੀਰ ਜੀ ਦੇ ਨਾਮ ਨਾਲ। ਸ਼ਰਧਾਲੂ ਉਹਨਾਂ ਦੇ ਨੇ, ਸੇਵਕ ਉਹਨਾਂ ਦੇ ਨੇ, ਉਹਨਾਂ ਦੇ ਨਾਮ, ਉਹਨਾਂ ਦੀ ਮੋਹਰ ਥੱਲੇ ਗੱਲ ਕਿਉਂ ਨਹੀਂ ਕਰ ਸਕਦੇ? ਸਿਆਣੀਆਂ ਗੱਲਾਂ ਜੇ ਕੀਤੀਆਂ ਨੇ, ਮੇਰਾ ਮੰਨਣਾ ਇਹ ਹੈ, ਏਸ਼ੀਆ 'ਚ ਸਿਆਣੇ ਬੰਦਿਆਂ ਦਾ ਆਗੂ ਹੋਣਾ ਚਾਹੀਦਾ ਸੀ ਗੁਰੂ ਨਾਨਕ, ਕਬੀਰ, ਰਵਿਦਾਸ, ਭਗਤ ਰਵਿਦਾਸ ਮਹਾਰਾਜ। ਇਹ ਸਿਆਣਿਆਂ ਦੇ ਆਗੂ 35 ਚਾਹੀਦੇ ਸੀ, ਜੜ ਚਾਹੀਦੀ ਸੀ। ਪਹਿਲਾਂ ਵੀ ਹੋਏ ਹੋਣਗੇ, ਆਪਾਂ ਨਹੀਂ ਵੀ ਇਸ ਗੱਲ ਨੂੰ ਮੰਨਦੇ, ਪਰ ਵੀ ਨਹੀਂ ਪਹਿਲਾਂ ਹੋਏ, ਪਹਿਲਾਂ ਵੀ ਬਹੁਤ ਹੋਏ ਹੋਣਗੇ। ਪਰ ਜਿਹੜਾ ਆਹ ਖੇਤਰ ਸੀ ਨਾ, ਖਾਸ ਕਰਕੇ ਇੰਡੀਆ 'ਚ, ਏਸ਼ੀਆ 'ਚ ਸਿਆਣੇ ਲੋਕਾਂ ਦਾ ਜੇ ਕੋਈ ਹੈੱਡ ਬਣ ਸਕਦਾ ਸੀ ਤੇ ਗੁਰੂ ਨਾਨਕ ਬਣ ਸਕਦਾ ਸੀ। ਸਿਆਣਿਆਂ ਲੋਕਾਂ ਦਾ ਜੇ ਕੋਈ ਮੁਖੀ ਬਣ ਸਕਦਾ ਸੀ, ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ ਜੀ ਮਹਾਰਾਜ ਬਣ ਸਕਦੇ ਸੀ। ਕਿਉਂਕਿ ਇਹ ਸਾਰੇ ਢਾਂਚੇ ਨੂੰ ਕਿਸੇ, ਮੈਂ ਕਹਿੰਦਾ ਰੱਬ ਨੂੰ ਨਹੀਂ ਮੰਨਦੀ ਗੁਰਬਾਣੀ। ਜਿਹੜੇ ਕਹਿੰਦੇ ਨੇ ਵੀ ਰੱਬ ਮੰਨਦੀ, ਮੈਂ ਕਹਿੰਦਾ ਗੁਰਬਾਣੀ ਕਹਿੰਦੀ ਹੈ ਇੱਕ ਓੰਕਾਰ, ਇੱਕ ਰਸ ਵਿਆਪਕ ਪਰਮਾਤਮਾ, ਉਹ ਸਰਬ ਵਿਆਪੀ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਹੀ ਹੈ, ਵੱਖਰਾ ਕੋਈ ਰੱਬ ਨਹੀਂ ਬੈਠਾ। ਜਿੱਦਾਂ ਦੇ ਕੰਮ ਕਰੋਗੇ ਉਦਾਂ ਦਾ ਰਿਜ਼ਲਟ ਨਿਕਲੇਗਾ, ਸਿੱਧੀ ਗੱਲ ਹੈ, ਫਲ ਉਦਾਂ ਦਾ ਮਿਲੇਗਾ। ਗੁਰਬਾਣੀ ਇਹ ਮੰਨਦੀ ਹੈ ਤੇ ਇਸ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਸਤੇ ਇਹਨਾਂ ਦੇ ਵਲੰਟੀਅਰ ਬਣ ਕੇ ਰਹਿਣਾ ਚਾਹੀਦਾ ਸੀ। ਇਹਨਾਂ 35 ਸਿਆਣਿਆਂ ਬੰਦਿਆਂ ਨੂੰ ਮੈਂ ਸਪਸ਼ਟ ਕਹਿਣਾ ਚਾਹੁੰਦਾ, ਸਿਆਣਿਆਂ ਬੰਦਿਆਂ ਨੂੰ ਮਾਰਕਸ ਦੇ ਕੋਲ ਜਾਣ ਦੀ ਥਾਂ ਗੁਰੂ ਗ੍ਰੰਥ ਸਾਹਿਬ ਤੇ ਉੱਤੇ ਦਾਅਵਾ ਕਰਨਾ ਚਾਹੀਦਾ ਸੀ ਵੀ ਸਾਡਾ ਹੈ, ਠੋਕ ਕੇ ਦਾਅਵਾ ਕਰਨਾ ਚਾਹੀਦਾ ਸੀ। ਜੇ ਕਿਤੇ ਸਿਆਣੇ ਬੰਦੇ ਜਿੰਨੇ ਅੱਜ ਤੋਂ 100 ਸਾਲ ਪਹਿਲਾਂ ਉਧਰ ਨੂੰ ਤੁਰੇ ਸੀ ਜਾਂ ਅੱਜ ਤੁਰ ਰਹੇ ਹੈ, ਠੋਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜ੍ਹ ਕੇ ਹਿੱਕ ਠੋਕ ਕੇ ਕਹਿ ਦੇਣ ਗੁਰੂ ਗ੍ਰੰਥ ਸਾਹਿਬ ਸਾਡਾ ਹੈ, ਸਿਆਣੇ ਅੱਗੇ ਆ ਜਾਣ। ਅੱਜ ਜਿੰਨਾ ਸਾਡੇ ਵਰਗਾ ਅਨਪੜ੍ਹ ਲਾਣਾ ਤੁਰਿਆ ਫਿਰਦਾ, ਟਕਸਾਲੀ ਵਰਗੇ ਜਿਹੜੇ ਕਹਿੰਦੇ ਵੀ ਅਸੀਂ ਕਾਬਜ ਹਾਂ, ਅਸੀਂ ਮਾਲਕ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਹਾਂ, ਅਸਲ 'ਚ ਸਾਡਾ ਹੈ, ਇਹ ਜਿਹੜੇ ਦਾਅਵਾ ਕਰਦੇ ਆ ਆਪੇ ਪਿੱਛੇ ਹਟ ਜਾਣਗੇ। ਪਰ ਪੰਗਾ ਕੀ ਪੈਂਦਾ? ਸਿਆਣੇ ਸਿਆਣੇ ਪਿੱਛੇ ਹਟ ਗਏ, ਇਹਨਾਂ ਨੇ ਕਬਜ਼ਾ ਕਰ ਲਿਆ ਗੁਰੂ ਗ੍ਰੰਥ ਸਾਹਿਬ ਨੂੰ, ਇਹਨਾਂ ਨੇ ਬਹਿ ਕੇ ਕਬਜ਼ਾ ਕਰਕੇ ਇਹ ਠੋਕ ਕੇ ਕਹਿੰਦੇ ਸਾਡਾ ਗੁਰੂ ਗ੍ਰੰਥ ਸਾਹਿਬ, ਅਸੀਂ ਨਹੀਂ ਛੱਡਦੇ। ਮਾਰਕਸ ਆਪਣੀ ਥਾਂ ਤੇ ਠੀਕ ਹੈ, ਕਿਤਾਬਾਂ ਲੱਖ ਵਾਰ ਪੜ੍ਹ ਲਓ, ਜਿਹਦੀਆਂ ਮਰਜ਼ੀ ਪੜ੍ਹੀ ਜਾਓ, ਪਰ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਆਗੂ ਬਣਾ ਕੇ ਤੁਰੋ ਗੁਰੂ ਨਾਨਕ ਨੂੰ। ਜਿੰਨੇ ਗੁਰੂ ਨਾਨਕ ਨੇ, ਜਿਹਨੇ ਤਰਕ ਤੋਂ ਸੋਚਿਆ ਹੈ, ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਇੱਥੋਂ ਸ਼ੁਰੂ ਕਰਦੇ। ਜੋ ਕਦੇ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਲਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਿਹੜੇ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ, ਹੁਕਮ ਰਜਾਈ ਚੱਲਣਾ, ਕੁਦਰਤ ਦੇ ਨਿਜਮਾਂ ਚ ਆ ਜਾ ਨਾਨਕ, ਲਿਖਿਆ ਨਾਲ। ਜਿਹੜਾ ਲਿਖਿਆ ਹੋਇਆ ਧੁਰ ਤੋਂ ਬਣਿਆ ਸਿਸਟਮ, ਕੁਦਰਤ ਦਾ ਵਿਧਾਨ ਜਿਹੜਾ ਆਟੋਮੈਟਿਕ ਬਣਿਆ ਹੋਇਆ, ਉਹਦੇ ਅੰਡਰ ਚੱਲ ਤਾਂ ਭਲਾ ਹੋਣਾ। ਨਾ ਨਹਾ ਕੇ, ਨਾ ਚੁੱਪ ਰਹਿ ਕੇ, ਨਾ ਭੁੱਖੇ ਰਹਿ ਕੇ, ਨਾ ਬਹੁਤੇ ਗ੍ਰੰਥ ਪੜ੍ਹ ਕੇ। ਉਹਨਾਂ ਦਾ ਮੁਖੀ ਚਾਹੀਦਾ ਸੀ ਬਾਬਾ ਨਾਨਕ। ਫੋਟੋ ਲਾਉਂਦੇ ਗੁਰੂ ਨਾਨਕ ਦੀ, ਆਹ ਸਾਡਾ ਮੁਖੀ ਆਹ। ਤੇ ਇੱਕ ਗੱਲ ਹੋਰ ਕਹਿ ਦਿਆਂ, ਜੇ ਸਿਆਣੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ
ਪੈਂਤੀਆਂ ਨੂੰ ਆਗੂ ਮੰਨ ਕੇ ਪੰਜਾਬ ਦੇ ਵਿੱਚ ਇੰਡੀਆ 'ਚ ਲਹਿਰ ਉਠਾ ਲੈਂਦੇ ਨਾ, ਖਾਸ ਕਰਕੇ ਪੰਜਾਬ ਵਾਲੇ ਖਿੱਤੇ 'ਚ, ਸਾਊਥ ਦੀ ਗੱਲ ਛੱਡ ਦਿਓ, ਇਸ ਖਿੱਤੇ ਦੇ ਵਿੱਚ ਸਾਊਥ ਵਿੱਚ ਅਗਲਿਆਂ ਨੇ, ਕਾਮਰੇਡਾਂ ਨੇ ਸਰਕਾਰਾਂ ਬਣਾ ਲਈਆਂ ਆਪਣੀਆਂ, ਪਰ ਇਸ ਖਿੱਤੇ 'ਚ ਨਹੀਂ ਬਣਾ ਸਕੇ। ਕਿਉਂ? ਕਿਉਂਕਿ ਇੱਥੇ ਗੁਰੂ ਨਾਨਕ ਤੇ ਕਬੀਰ ਜੀ ਦਾ ਨਾਮ ਸੀ, ਰਵਿਦਾਸ ਜੀ ਮਹਾਰਾਜ ਦਾ ਨਾਮ ਸੀ। ਤੇ ਜੇ ਉਹਨਾਂ ਦੇ ਨਾਮ ਹੇਠ ਝੰਡੇ ਥੱਲੇ ਇੱਕ ਮੂਵਮੈਂਟ ਚਲਾ ਲੈਂਦੇ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਵੀ ਅੱਜ ਸਰਕਾਰ ਨਾਨਕ ਪੰਥੀਆਂ ਦੀ ਹੋਣੀ ਸੀ, ਕਬੀਰ ਪੰਥੀਆਂ ਦੀ ਹੋਣੀ ਸੀ। ਉਹ ਸੋਚ ਅੱਗੇ ਜਾਣੀ ਸੀ, ਇੰਨੇ ਜ਼ਿਆਦਾ ਆ। ਹੁਣ ਸਰਕਾਰਾਂ ਤੇ ਹੈ ਨੇ, ਅਗਲਾ ਕਹਿੰਦਾ ਸਿੱਖਾਂ ਦੀਆਂ ਸਰਕਾਰਾਂ ਨੇ, ਨਹੀਂ ਭਾਈ, ਸਰਕਾਰਾਂ ਸਿੱਖਾਂ ਦੀਆਂ ਨਹੀਂ ਨੇ, ਪੈਂਤੀਆਂ ਦੀ ਵਿਚਾਰਧਾਰਾ ਨੂੰ ਕਿਹੜਾ ਸਮਰਪਿਤ ਹੈ ਯਾਰ। ਹਰ ਥਾਂ ਦੇ ਉੱਤੇ ਜਿੱਥੇ ਮਰਜ਼ੀ ਮੱਥੇ ਟਿਕਾ ਲਓ ਇਹਨਾਂ ਤੋਂ, ਜਿੰਨੇ ਲੀਡਰ ਨੇ, ਚਾਹੇ ਸਰਸੇ ਵਾਲੇ ਦੇ ਲੈ ਜਾਓ, ਚਾਹੇ ਈਸਾਈਆਂ ਦੇ ਲੈ ਜਾਓ, ਚਾਹੇ ਜਿੱਥੇ ਮਰਜ਼ੀ ਲੈ ਜਾਓ, ਪੈਂਤੀਆਂ ਨੂੰ ਦੱਸ ਦਿਓ ਇਹਨਾਂ ਚੋਂ ਕਿਹੜਾ ਸਮਰਪਿਤ ਹੈ। ਪੈਂਤੀਆਂ ਬਾਰੇ ਇਹਨਾਂ ਨੂੰ ਪਤਾ ਹੀ ਨਹੀਂ, ਬਹੁਤਿਆਂ ਨੂੰ ਤੇ ਪੈਂਤੀਆਂ ਦਾ ਪਤਾ ਹੀ ਨਹੀਂ। ਕਬੀਰ ਜੀ ਕੌਣ ਸੀ, ਕਿੱਦਾਂ ਦੀ ਵਿਚਾਰਧਾਰਾ ਉਹਨਾਂ ਦੀ, ਇਹ ਨਹੀਂ ਪਤਾ। ਉਹਨਾਂ ਦਾ ਧਰਮ ਸਿਰਫ ਰਾਜਨੀਤੀ ਰਹਿ ਗਿਆ। ਪਰ ਜੇ ਇਹ ਵਿਚਾਰਧਾਰਾ ਖੁੱਲ ਕੇ ਆਉਂਦੀ, ਅੱਜ ਕਈ ਸਿੱਖਾਂ ਦੀਆਂ ਸਰਕਾਰਾਂ ਨੇ, ਨਹੀਂ ਸਿੱਖ ਉਹ ਪੁਜਾਰੀ ਵਾਲਾ ਸਿੱਖ ਹੈ, ਪੁਜਾਰੀ ਵਾਲੀ ਸੋਚ ਹੈ, ਗੁਰੂ ਗ੍ਰੰਥ ਸਾਹਿਬ ਵਾਲੀ ਸੋਚ ਨਹੀਂ ਅਜੇ ਅੱਗੇ ਆਈ। ਪਰ ਜੇ ਕਿਤੇ ਕਮਿਊਨਿਸਟ ਜਿੰਨੇ ਵੀ ਨੇ, ਕਾਮਰੇਡ ਜਿੰਨੇ ਵੀ ਨੇ, ਜਿੰਨੇ ਪੜ੍ਹੇ ਲਿਖੇ ਨੇ, ਮੈਂ ਇਹ ਸ਼ਬਦ ਵਰਤਾਂ ਵੀ ਸਿਆਣੇ ਨੇ ਤੇ ਪੜ੍ਹੇ ਲਿਖੇ ਨੇ, ਉਹ ਪੜ੍ਹੇ ਲਿਖੇ ਕਿਸੇ ਹੋਰ ਦੀ ਛਤਰੀ ਥੱਲੇ ਜਾਣ ਨਾਲੋਂ ਨਾ ਜੇ ਇੱਥੇ ਰਹਿੰਦੇ, ਕਿਉਂਕਿ ਇਹਨਾਂ ਨੂੰ ਵਲੰਟੀਅਰਾਂ ਦੀ ਬਹੁਤ ਲੋੜ ਹੈ, ਇਹਨਾਂ ਨੂੰ ਬੜੀ ਲੋੜ ਹੈ। ਗੁਰੂ ਨਾਨਕ ਨੂੰ, ਕਬੀਰ ਸਾਹਿਬ ਨੂੰ ਵਲੰਟੀਅਰ ਚਾਹੀਦੇ ਸੀ, ਸਿਆਣੇ ਬੰਦੇ ਚਾਹੀਦੇ ਸੀ। ਇੱਥੇ ਮਾਰਕਸ ਕੋਲ ਘਾਟਾ ਕੋਈ ਨਹੀਂ, ਇੱਥੇ ਲੋੜ ਸੀ। ਖਤਰਾ ਮੁੱਲ ਲੈਣਾ ਪੈਂਦਾ ਸੀ। ਜਦੋਂ ਇੱਕ ਵਾਰੀ ਪੰਗਾ ਪੈਂਦਾ ਨਾ ਪੁਜਾਰੀਆਂ ਨਾਲ 100 ਸਾਲ ਪਹਿਲਾਂ, ਕਾਮਰੇਡਾਂ ਦਾ, ਜਦੋਂ ਉਧਰ ਨੂੰ ਗਏ ਸੀ, ਇੱਥੇ ਖੜ ਜਾਂਦੇ, ਕਿਤੇ ਪੰਗਾ ਲੈ ਲੈਂਦੇ ਤੇ 100 ਬੰਦਾ 200 ਬੰਦਾ ਮਰ ਜਾਣਾ ਸੀ। ਹੁਣ ਤੱਕ 500-700 ਮੈਂ ਕਹਿ ਲਾ ਮਰ ਜਾਂਦਾ, ਸ਼ਹੀਦ ਹੋਣੇ ਪੈਣੇ ਸੀ ਨਾ, ਮਰਨਾ ਤੇ ਪੈਣਾ ਹੀ ਸੀ। ਫਿਰ ਅਗਲੇ ਨਾਲ ਪੰਗਾ ਲੈਣਾ, ਜਦੋਂ 500-700 ਬੰਦਾ ਮਰ ਜਾਂਦਾ, ਉਹਨਾਂ ਦਾ ਪੈ ਜਾਂਦਾ ਖੂਨ, ਤੇ ਇੱਕ ਲਹਿਰ ਖੜੀ ਹੋ ਜਾਣੀ ਸੀ। ਇਹ ਗੱਲ ਚੇਤਾ ਰੱਖਿਓ, ਪੰਜਾਬ ਦੇ ਵਿੱਚ ਜੇ ਕਿਤੇ ਠੋਕ ਵਜਾ ਕੇ ਕੋਈ ਲਹਿਰ ਖੜੀ ਹੋ ਸਕਦੀ ਹੈ ਤੇ ਗੁਰੂ ਨਾਨਕ ਦੇ ਨਾਮ ਹੇਠਾਂ ਹੋਏਗੀ, ਮਾਰਕਸ ਦੇ ਨਾਮ ਹੇਠਾਂ ਨਹੀਂ ਹੋਣੀ, ਇਸ ਖਿੱਤੇ 'ਚ ਨਹੀਂ ਹੋਣੀ। ਆਹ ਖਿੱਤਾ ਹੈ ਨਾ ਜਿਹੜਾ ਦਿੱਲੀ ਤੋਂ ਇੱਧਰ ਨੂੰ, ਹਰਿਆਣਾ, ਪੰਜਾਬ, ਰਾਜਸਥਾਨ, ਇਹਨਾਂ ਖਿੱਤਿਆਂ ਦੇ ਵਿੱਚ ਜੇ ਕੋਈ ਮੋਹਰ ਚੱਲਣੀ ਹੈ ਤੇ ਕਬੀਰ, ਨਾਨਕ, ਰਵਿਦਾਸ ਮਹਾਰਾਜ ਦੀ ਚੱਲਦੀ, ਉਹਦੇ ਨਾਮ ਹੇਠਾਂ। ਤੇ ਸਿਆਣੇ ਬੰਦੇ ਆ ਜਾਂਦੇ ਕਿਤੇ, ਕਿਉਂਕਿ ਸਿਆਣਾ ਬੰਦਾ ਹੁੰਦਾ ਨਾ ਜਿਹੜਾ, ਉਹ ਸਟੇਜਾਂ ਤੇ ਬੋਲ ਰਹੇ ਗੱਪਾਂ ਨਾਲ ਸਹਿਮਤ ਨਹੀਂ ਹੁੰਦਾ, ਘੁਟਨ ਮਹਿਸੂਸ ਕਰਦਾ, ਉਹ ਸਹਿਮਤ ਨਹੀਂ ਹੁੰਦਾ। ਉਹ ਕਹਿੰਦਾ ਮੈਂ ਇੱਥੇ ਰਹੂੰਗਾ, ਮੇਰੀ ਵੀ ਬੇਇੱਜ਼ਤੀ ਕਰਾਉਂਦੇ ਨੇ ਇਹ ਵੀ, ਅੱਛਾ ਤੂੰ ਵੀ ਇਹਨਾਂ ਨਾਲ ਦਾ ਹੀ ਹੈ। ਉਹ ਕੀ ਕਰਦਾ, ਛੱਡ ਕੇ ਫਿਰ ਕਹਿੰਦਾ ਚਲੋ ਕਾਮਰੇਡ ਬਣ ਜਾਓ, ਕਾਮਰੇਡਾਂ ਦੀ ਮੋਹਰ ਲੱਗ ਜੂ ਵੀ ਬੰਦਾ ਚੱਲ ਪੜ੍ਹਿਆ ਲਿਖਿਆ ਚ ਸਿਆਣਿਆ ਚਾਹੁੰਦਾ, ਐ ਹੋ ਜੇ ਇਹਨਾਂ ਕਮਲਿਆਂ ਦੇ ਵਿੱਚ ਰਹਿ ਕੇ ਮੈਂ ਕੀ ਕਰਨਾ, ਏਦਾਂ ਸੋਚਦਾ ਹੈ। ਪਰ ਜੇ ਉਹ ਗੁਰਬਾਣੀ ਦੇ ਅਸਲ ਸੱਚ ਨੂੰ ਸਮਝ ਕੇ ਕਵੇ, ਕਿਉਂ ਬਈ ਬਹੁਤ ਕਾਮਰੇਡ, ਮੈਨੂੰ ਗਰੰਟੀ ਨਾਲ ਮੈਂ ਕਹਿੰਦਾ, ਮੈਨੂੰ ਪਤਾ, ਉਹਨਾਂ ਨੂੰ ਤਰਕਸ਼ੀਲਾਂ ਨੂੰ ਪਤਾ ਹੈ ਵੀ ਗੁਰੂ ਨਾਨਕ ਦੀ ਗੱਲ ਅਸਲ ਕੀ ਹੈ, ਬਹੁਤ ਬੰਦਿਆਂ ਨੂੰ ਪਤਾ। ਕਬੀਰ ਜੀ ਬਾਰੇ ਕਿਤੇ ਪਤਾ ਨਹੀਂ, ਸ਼ਬਦ ਕਬੀਰ ਜੀ ਦੇ 15-20 ਸ਼ਬਦ ਪੜ੍ਹ ਲਓ, ਐ ਲੱਗੂਗਾ ਵੀ ਯਾਰ ਇਹ ਤਾਂ ਇਦੋਂ ਐਡੀ ਗੱਲ ਤੇ 500 ਸਾਲ ਪਹਿਲਾਂ ਕਿਵੇਂ ਕਹਿ ਗਏ। ਇਹ ਤੇ ਤਰਕ ਦੀ ਗੱਲ ਕਰਦੇ ਆ, ਗੱਲ ਹੀ ਸਾਰੀ ਸੋਚ ਦੀ, ਦਿਮਾਗ ਦੀ ਗੱਲ ਕਰਦੇ ਆ, ਪਰ ਛੱਡ ਕੇ ਪਰੇ ਹਟ ਗਏ। ਪਰੇ ਨਹੀਂ ਹਟਣਾ, ਠੋਕ ਕੇ ਕਹਿਣਾ ਕਬੀਰ ਸਾਹਿਬ ਸਾਡਾ ਬਾਬਾ, ਰਵਿਦਾਸ ਮਹਾਰਾਜ ਸਾਡੇ, ਏਦਾਂ ਕਹਿਣਾ ਪੈਣਾ। ਗੁਰੂ ਕਹੋ, ਭਗਤ ਕਹਿ ਲਓ, ਸਿੱਧਾ ਹੀ ਨਾਂ ਲੈ ਲਓ, ਕੋਈ ਗੱਲ ਨਹੀਂ, ਪਰ ਉਹਨਾਂ ਦੇ ਸੇਵਕ ਬਣ ਕੇ ਵਿਚਰੋ। ਇੱਕ ਗੱਲ ਮੈਂ ਕਹਿ ਦਿਆਂ ਨਾਲ, ਇੱਥੇ ਛਿੱਤਰ ਖਾਣੇ ਪੈਣੇ ਆ, ਇੱਥੇ ਮਰਨਾ ਵੀ ਪੈ ਸਕਦਾ, ਇੱਥੇ ਤੁਹਾਨੂੰ ਸ਼ਬੀਲਾਂ ਲਵਾਉਣੀਆਂ ਪੈਣਗੀਆਂ, ਇੱਥੇ ਤੁਹਾਨੂੰ ਤਕਲੀਫਾਂ ਝੱਲਣੀਆਂ ਪੈਣਗੀਆਂ। ਤੇ ਜੇ ਕਿਸੇ ਬਾਹਰਲੇ ਦਾ ਨਾਂ ਲੈਣਾ, ਕਿਸੇ ਹੋਰ ਦਾ, ਫਿਰ ਕੋਈ ਖਤਰਾ ਨਹੀਂ। ਅੱਜ ਲਵਾ ਲਓ, ਆਪਣੇ ਇੱਥੇ ਲਾ ਦਿਓ ਬਾਹਰ ਵੀ ਅਸੀਂ ਕਾਮਰੇਡ ਆ, ਇੱਦਾਂ ਲਾ ਦਿਓ ਨਿਸ਼ਾਨ ਸਾਹਿਬ, ਅਸੀਂ ਨਹੀਂ ਮੰਨਦੇ, ਤੇ ਲੋਕੀ ਕਹਿਣਗੇ ਵਾਹ ਜੀ, ਇਹ ਸਿੱਖ ਕਹਿਣਗੇ ਸ਼ੁਕਰ ਹੈ ਮਗਰੋਂ ਲੈ ਗਿਆ। ਇਹਨਾਂ ਨੇ ਤੇ ਚਾਅ ਚੜ ਜਾਣਾ ਵੀ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਮਗਰੋਂ ਲਓ, ਇਹ ਤੇ ਮਗਰੋਂ ਲਾਉਣ ਨੂੰ ਫਿਰਦੇ ਨੇ। ਪਰ ਅਸੀਂ ਕਹਿੰਦੇ ਨੇ ਵੀ ਅਸੀਂ ਨਹੀਂ ਲੈਣਾ, ਇੱਥੇ ਜਿਵੇਂ ਕਈ ਕਹਿੰਦੀਆਂ ਨਹੀਂ ਹੁੰਦੀਆਂ ਬੀਬੀਆਂ ਵੀ ਇੱਥੇ ਬਸੋ, ਕਈ ਕਹਿੰਦੇ ਤੇਰੇ ਹਿੱਕ ਤੇ ਦੀਵਾ ਬਾਲੋ, ਕਈ ਕਹਿੰਦੇ ਉਹ ਕਹਿੰਦਾ ਪੰਜ ਬਰਾਬਰ ਕੱਢਾਂਗੇ, ਹੈ ਕਿ ਨਹੀਂ। ਇਹ ਆ ਜਿਹੜੀ ਗੱਲ ਹੁੰਦੀ ਹੈ ਨਾ, ਐ ਕਰਨੀ ਪੈਣੀ ਹੈ। ਐ ਕਿਵੇਂ ਛੱਡ ਕੇ ਤੁਰ, ਅਗਲਾ ਤਾਂ ਕਹਿੰਦੇ ਡਿਵੋਰਸ ਲੈਣਾ ਤੇ ਨਾ ਛੱਡ ਪਰੇ ਤੂੰ, ਅਗਲਾ ਮੈਂ ਨਵਾਂ ਵਿਆਹ ਕਰਾਉਣਾ। ਉਹ ਕਈ ਗਿਆਨ ਨਹੀਂ ਜਾਂਦੀਆਂ, ਕੀ ਬੀਬੀਆਂ ਕਹਿੰਦੀਆਂ ਨਹੀਂ
ਤੈਨੂੰ ਨਾ ਕਰਾਇਆ ਤੇ ਨਾ ਮੈਂ ਕਰਾਉਣਾ ਤੇ ਨਾ ਤੈਨੂੰ ਕਰਾਉਣ ਦੇਣਾ, ਮੈਂ ਡਿਵੋਰਸ ਨਹੀਂ ਲੈਣਾ, ਤੂੰ ਕਰ ਲੈ ਜੋ ਮਰਜ਼ੀ। ਹੁੰਦਾ ਨਹੀਂ ਫਿਰ ਕਈ ਬੁੜੇ ਹੋ ਜਾਂਦੇ ਨੇ 40 45 50 ਸਾਲ ਦੇ, ਡਿਵੋਰਸ ਨਹੀਂ ਲੈਂਦੀਆਂ ਕਈ, ਹੈ ਕਿ ਨਹੀਂ? ਹੁਣ ਅਗਲੇ ਤੇ ਕਹਿੰਦੇ ਨੇ ਤੁਸੀਂ ਅੱਡ ਹੋਵੋ, ਤੇ ਕਿਉਂ ਹੋਣਾ? ਅਸੀਂ ਗੁਰੂ ਗ੍ਰੰਥ ਸਾਹਿਬ ਦਾ ਮੰਨਦੇ, ਅਸੀਂ ਗੁਰੂ ਨਾਨਕ ਦੇ ਰਹਿਣਾ ਬਣ, ਚਾਹੇ ਜੋ ਮਰਜ਼ੀ ਰਹੇ। ਸਮਝਦੇ ਗੱਲ?